ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਇੰਸਪੈਕਟਰ ਇੰਦਰਜੀਤ ਸਿੰਘ ਸਨ 2017 ਦੇ ਵਿੱਚ ਗ੍ਰਿਫਤਾਰ ਹੋ ਗਿਆ ਸੀ ਤੇ ਇਸ ਵਕਤ ਉਹ ਜੇਲ੍ਹ 'ਚ ਆ। ਪਿਛਲੇ ਦਿਨਾਂ ਦੇ ਵਿੱਚ ਜਦੋਂ ਰਾਜਜੀਤ ਸਿੰਘ AIG ਜਾਂ SSP ਜਦੋਂ ਉਹਨੂੰ ਬਰਖਾਸਤ ਕਰਤਾ ਸੀ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਦਾ ਸਿਆਸਤਦਾਨਾਂ ਦੇ ਨਾਲ ਤੇ ਸਮਗਲਰਸ ਦੇ ਨਾਲ ਕੀ ਆਪਸ ਦੇ ਵਿੱਚ ਨਾਤਾ, ਕੀ ਨੈਕਸਸ ਆ, ਇਸ ਨੂੰ ਦੇਖਦੇ ਹੋਏ ਇੰਦਰਜੀਤ ਸਿੰਘ ਬਾਰੇ ਰਿਪੋਰਟ ਮੰਗੀ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਗ੍ਰਹਿ ਵਿਭਾਗ ਨੂੰ, ਪੰਜਾਬ ਦੇ ਹੋਮ ਅਫੇਅਰਸ ਐਂਡ ਜਸਟਿਸ ਡਿਪਾਰਟਮੈਂਟ ਨੂੰ, ਤੇ ਇਸ ਮਹਿਕਮੇ ਨੇ ਕਿਹਾ ਸੀ ਪੰਜਾਬ ਦੇ ਆਫੀਸ਼ੀਏਟਿੰਗ DGP ਗੌਰਵ ਯਾਦਵ ਨੂੰ ਕਿ ਤੁਸੀਂ ਇਹ ਦੱਸੋ ਕਿ ਇੰਦਰਜੀਤ ਸਿੰਘ ਨੂੰ ਕਿਹਨੇ ਪ੍ਰਮੋਸ਼ਨਸ ਦਿੱਤੀਆਂ, ਜਿਹੜੀਆਂ ਉਹਦੀਆਂ ਡਿਪਾਰਟਮੈਂਟਲ ਇਨਕੁਆਇਰੀ ਸੀ ਉਹ ਕਿਹਨੇ ਹੱਲ ਕੀਤੀਆਂ, ਕਿਹਨਾਂ ਨੇ ਉਹਨੂੰ ਕਲੀਨ ਚਿੱਟ ਦਿੱਤੀ, ਉਹਨਾਂ ਸਾਰੇ ਪੁਲਿਸ ਅਫਸਰਾਂ ਦੇ ਨਾਂ ਦੱਸੋ। ਪਰ ਜਿਹੜੀ ਰਿਪੋਰਟ ਭੇਜੀ ਗਈ ਉਸ ਤੋਂ ਗ੍ਰਹਿ ਵਿਭਾਗ ਸੰਤੁਸ਼ਟ ਨਹੀਂ ਆ, ਕਹਿੰਦੇ ਇਨਕੰਪਲੀਟ ਆ, ਅੱਧੀ ਅਧੂਰੀ ਆ, ਦੁਬਾਰਾ ਰਿਪੋਰਟ ਭੇਜੋ। ਇਸੇ ਤਰ੍ਹਾਂ ਅੱਜ ਫੇਰ ਇੱਕ ਵਾਰੀ ਗੱਲ ਕਰਾਂਗੇ ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਵਰੁਣ ਰੁਜਮ ਦੀ। ਵਰੁਣ ਰੁਜਮ ਨੂੰ ਵੈਸੇ ਮੈਂ ਇਹ ਦੱਸਦਾ ਕਿ ਉਹਨਾਂ ਦੀ ਸੈਂਟਰਲ ਡੈਪੂਟੇਸ਼ਨ ਕਲੀਅਰ ਹੋ ਗਈ ਆ, ਯਾਨੀ ਕਿ ਉਹ ਕੇਂਦਰ ਦੇ ਵਿੱਚ ਜਾ ਕੇ ਕਦੇ ਵੀ ਆਪਣਾ ਕੋਈ ਵੀ ਜੁਆਇੰਟ ਸੈਕਟਰੀ ਲੈਵਲ ਦਾ ਅਹੁਦਾ ਸੰਭਾਲ ਸਕਦੇ ਨੇ। ਪਰ ਜਾਣ ਤੋਂ ਪਹਿਲਾਂ ਵਿਵਾਦ ਬਹੁਤ ਵੱਡਾ ਪੈਦਾ ਹੋ ਗਿਆ। ਕੱਲੇ ਵਰੁਣ ਰੁਜਮ ਲਈ ਨਹੀਂ ਹੋਇਆ, ਉਹਨਾਂ ਦੇ ਪਰਿਵਾਰ ਲਈ ਹੋ ਗਿਆ। ਤੇ ਕੱਲ ਅਸੀਂ ਜਦੋਂ ਗੱਲ ਕੀਤੀ ਸੀ ਕਿ ਸਾਨੂੰ ਦੱਸਿਆ ਜਾਵੇ ਕਿ 314 ਸੈਕਟਰ 20 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਿਹਦਾ ਘਰ ਆ ਉਹ, ਤੇ ਸੁਮਨਪ੍ਰੀਤ ਕੌਰ ਕੌਣ ਆ, ਹਜੇ ਤੱਕ ਵੈਸੇ ਜਵਾਬ ਨਹੀਂ ਹੈ। ਪਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ, ਅੱਜ ਕੁਝ ਹੋਰ ਸਾਡੇ ਕੋਲ ਰੈਕਡ ਆਇਆ, ਗਮਾਡਾ ਤੋਂ ਆਇਆ, ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ। ਉਸ ਦੇ ਵਿੱਚ ਤਾਂ ਵਰੁਣ ਰੁਜਮ ਨੇ ਵੀ ਕੰਪਨਸੇਸ਼ਨ ਲਈ ਹੋਈ ਆ, ਮੁਆਵਜ਼ਾ ਲਿਆ ਹੋਇਆ, ਤੇ ਉਹਨਾਂ ਦੀ ਪਤਨੀ ਸਿਮਰਪ੍ਰੀਤ ਕੌਰ ਨੇ ਵੀ ਮੁਆਵਜ਼ਾ ਲਿਆ ਹੋਇਆ। ਇਸ ਬਾਰੇ ਗੱਲ ਕਰਾਂਗੇ। ਤੇ ਅਖੀਰ ਤੇ ਭਾਵਨਾ ਕਿਸ਼ੋਰ, ਟਾਈਮਜ਼ ਨਾਓ ਦੀ ਉਹ ਪੱਤਰਕਾਰ ਜੋ 5 ਮਈ ਨੂੰ ਇੱਥੇ ਆਉਂਦੀ ਆ, ਇੱਕ ਸੱਦੇ ਤੇ ਆਉਂਦੀ ਆ ਆਮ ਆਦਮੀ ਪਾਰਟੀ ਦੇ, ਪਰ ਜਦੋਂ ਆਉਂਦੀ ਹੈ ਇੱਕ ਐਕਸੀਡੈਂਟ ਹੋ ਜਾਂਦਾ। ਤਾਂ ਐਕਸੀਡੈਂਟ ਦੇ ਵਿੱਚ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ, ਇਕੱਲੇ ਉਸ ਨੂੰ ਨਹੀਂ, ਨਾਲ ਉਹਨਾਂ ਦੇ ਕੈਮਰਾਮੈਨ ਨੂੰ ਵੀ ਤੇ ਨਾਲੇ ਡਰਾਈਵਰ ਨੂੰ ਵੀ। ਬਾਅਦ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਅੰਤਰਿਮ ਜ਼ਮਾਨਤ ਦਿੰਦੀ ਹੈ। ਤੇ ਜਦੋਂ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ, ਇਸ ਵਕਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਆ ਭਾਵਨਾ ਕਿਸ਼ੋਰ ਜਾਂ ਭਾਵਨਾ ਕੁਮਾਰੀ ਦੀ ਰੈਗੂਲਰ ਬੇਲ ਉੱਤੇ। ਗ੍ਰਹਿ ਵਿਭਾਗ ਨੇ ਪੰਜਾਬ ਦੇ ਆਫੀਸ਼ੀਏਟਿੰਗ DGP ਗੌਰਵ ਯਾਦਵ ਨੂੰ ਕਿਹਾ ਕਿ ਜਿਹੜੀ ਤੁਸੀਂ ਰਿਪੋਰਟ ਭੇਜੀ ਹੈ ਇੰਸਪੈਕਟਰ ਇੰਦਰਜੀਤ ਸਿੰਘ ਤੇ, ਉਹ ਤਸੱਲੀ ਬਖਸ਼ ਨਹੀਂ ਆ, ਅੱਧੀ ਅਧੂਰੀ ਆ, ਪੂਰੀ ਰਿਪੋਰਟ ਭੇਜੋ। ਔਰ ਉਹਦੇ ਵਿੱਚ ਇਹ ਵੀ ਦੱਸੋ ਕਿ 14 ਡਿਪਾਰਟਮੈਂਟਲ ਇਨਕੁਆਇਰੀਜ਼ ਫੇਸ ਕਰ ਰਿਹਾ ਸੀ ਇੰਦਰਜੀਤ ਸਿੰਘ, ਉਹ ਸਾਰੀ ਦੀਆਂ ਸਾਰੀਆਂ ਇਨਕੁਆਇਰੀਜ਼ ਦੇ ਵਿੱਚ ਕਲੀਨ ਚਿੱਟ ਕਿਹਨੇ ਦਿੱਤੀ, ਕਿਹੜੇ ਪੁਲਿਸ ਆਫੀਸਰ ਸੀ, ਕਿਹੜੇ ਉਹ ਅਫਸਰ ਸੀ ਜਿਨ੍ਹਾਂ ਨੇ ਇੰਦਰਜੀਤ ਸਿੰਘ ਦੀ ਮਦਦ ਕੀਤੀ, ਇਹ ਦੱਸੋ। ਨਾਲ ਹੀ ਸਾਨੂੰ ਇਹ ਦੱਸੋ ਕਿ ਜਿਹੜੀ ਪ੍ਰਮੋਸ਼ਨ ਦਿੱਤੀਆਂ ਗਈਆਂ, ਡਬਲ ਪ੍ਰਮੋਸ਼ਨ ਦਿੱਤੀਆਂ ਗਈਆਂ, ਮੈਂ ਇਹ ਦੱਸਦਾ ਕਿ ਇੰਦਰਜੀਤ ਸਿੰਘ 1986 ਦੇ ਵਿੱਚ ਸਿਪਾਹੀ ਭਰਤੀ ਹੁੰਦਾ ਔਰ ਉਸ ਤੋਂ ਬਾਅਦ 31 ਸਾਲਾਂ ਦੀ ਨੌਕਰੀ ਤੋਂ ਬਾਅਦ 31 ਇਅਰਸ ਉਹ 2017 ਦੇ ਵਿੱਚ ਜਾ ਕੇ ਫੜਿਆ ਜਾਂਦਾ ਤੇ ਉਸ ਤੋਂ ਬਾਅਦ ਬਰਖਾਸਤ ਹੁੰਦਾ। ਇਸ ਦੌਰਾਨ ਲਗਭਗ 14 ਮਹੀਨੇ ਉਹ ਕੰਮ ਕਰਦਾ ਰਾਜਜੀਤ ਸਿੰਘ AIG ਨਾਲ। SSP ਵੀ ਰਹੇ ਆ ਤਰਨਤਾਰਨ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ। ਇਹ 14 ਮਹੀਨੇ ਆ ਨਾ, 14 ਮਹੀਨੇ ਦਾ ਤੁਸੀਂ ਇਲਜ਼ਾਮ ਇਕੱਲੇ ਰਾਜਜੀਤ ਸਿੰਘ ਤੇ ਲਾ ਦੋਗੇ, ਹੋਰ ਅਫਸਰ ਨਹੀਂ ਆ। ਨੌਕਰੀ ਤਾਂ ਬਹੁਤ ਹੋਈ ਆ, ਉਸ ਤੋਂ ਬਾਅਦ ਵੀ ਨੌਕਰੀ ਕੀਤੀ ਹੈ, ਮੈਂ 31 ਸਾਲਾਂ ਦੀ ਨੌਕਰੀ ਦੀ ਗੱਲ ਕਰ ਰਿਹਾ। ਪਰ ਇਸ ਦੌਰਾਨ ਤੁਸੀਂ ਦੇਖੋ ਇੰਦਰਜੀਤ ਸਿੰਘ ਨੂੰ ਡਬਲ ਪ੍ਰਮੋਸ਼ਨਾਂ ਵੀ ਮਿਲਦੀਆਂ। ਜੇ ਕੋਈ ਮਹਿਕਮੇ ਦੀਆਂ ਇਨਕੁਆਇਰੀਆਂ ਹੁੰਦੀਆਂ, ਡਿਪਾਰਟਮੈਂਟਲ ਇਨਕੁਆਇਰੀਜ਼ ਜਿਹਨੂੰ ਕਹਿੰਦੇ 14 ਉਹ ਵੀ ਖਾਰਜ ਹੋ ਜਾਂਦੀਆਂ, ਯਾਨੀ ਕਿ ਕਲੀਨ ਚਿੱਟ ਮਿਲ ਜਾਂਦੀ ਆ। ਤੇ ਇਸ ਤੋਂ ਬਾਅਦ ਮਨ ਭਾਉਂਦੀਆਂ ਪੋਸਟਿੰਗਸ ਵੀ ਮਿਲ ਜਾਂਦੀਆਂ। ਇਹ ਤਾਂ ਗੱਲ ਠੀਕ ਹੈ ਕਿ ਰਾਜਜੀਤ ਸਿੰਘ ਸਿਫਾਰਿਸ਼ ਕਰਦਾ ਸੀ ਜਦੋਂ ਉਹ ਤਰਨਤਾਰਨ ਦੇ ਵਿੱਚ SSP ਸੀ। ਇਹ ਗੱਲ ਠੀਕ ਹੈ ਕਿ ਜਦੋਂ ਹੁਸ਼ਿਆਰਪੁਰ ਦੇ ਵਿੱਚ SSP ਸੀ ਸਿਫਾਰਿਸ਼ ਕਰਤੀ ਸੀ। ਪਰ ਜਿਹੜਾ ਬੰਦਾ ਅਪਰੂਵ ਕਰਦਾ ਸੀ, ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਇੱਕ ਨਾਮ ਲੈਤਾ ਸੀ, ਕਹਿੰਦੇ ਜੀ ਸਾਰਾ ਕੁਝ ਸਾਬਕਾ DGP ਸੁਮੇਧ ਸਿੰਘ ਸੈਣੀ ਨੇ ਕੀਤਾ। ਕਿਤੇ ਜਾਣਬੁੱਝ ਕੇ ਤਾਂ ਨਹੀਂ ਤੁਸੀਂ ਇਹ ਕਹਿ ਰਹੇ? ਠੀਕ ਹੈ ਸੁਮੇਧ ਸਿੰਘ ਸੈਣੀ ਸੀ, ਪਰ ਬਾਕੀ ਵੀ ਤਾਂ ਕਈ ਅਫਸਰ ਹੋਣੇ ਆ ਨਾ ਵਿੱਚ। ਕੀ ਤੁਸੀਂ ਸੁਮੇਧ ਸਿੰਘ ਸੈਣੀ ਦਾ ਇਕੱਲੇ ਦਾ ਨਾਂ ਲੈ ਕੇ ਬਾਕੀ ਅਫਸਰਾਂ ਨੂੰ ਬਚਾਉਣਾ ਚਾਹੁੰਦੇ ਹੋ? ਦੇਖੋ ਇਸੇ ਕਰਕੇ ਗ੍ਰਹਿ ਵਿਭਾਗ ਨੇ ਹੁਣ ਦੁਬਾਰਾ ਉਹਨਾਂ ਨੂੰ ਲਿਖਣਾ ਪਿਆ, ਪੰਜਾਬ ਦੇ DGP ਨੂੰ ਗੌਰਵ ਯਾਦਵ ਨੂੰ, ਕਿ ਤੁਹਾਡੀ ਇਹ ਰਿਪੋਰਟ ਹੀ ਕੰਪਲੀਟ ਨਹੀਂ ਆ, ਤੁਸੀਂ ਚੰਗੀ ਤਰ੍ਹਾਂ ਇਸ ਰਿਪੋਰਟ ਨੂੰ ਖੰਗਾਲਿਆ ਨਹੀਂ। ਸਾਰਾ ਸਰਵਿਸ ਜਿੰਨਾ ਪੂਰਾ ਸਰਵਿਸ ਰੈਕਡ ਆ ਇੰਦਰਜੀਤ ਸਿੰਘ ਦਾ, ਪੂਰੇ ਦਾ ਪੂਰਾ ਸਰਵਿਸ ਰਿਕਾਰਡ ਉਹਨਾਂ ਦਾ ਖੰਗਾਲੋ। ਉਸ ਤੋਂ ਬਾਅਦ ਦੇਖੋ ਕਿ ਉਸ ਵਿਅਕਤੀ ਨੂੰ ਕਿਹੜੇ ਪੁਲਿਸ ਅਫਸਰ ਨੇ ਉਹਦੀ ਮਦਦ ਕੀਤੀ ਆ। ਜਿੰਨੀ ਦੇਰ ਤੱਕ ਇਹ ਨਹੀਂ ਆਊਗਾ
ਉਨੀ ਦੇਰ ਤੱਕ ਅਸੀਂ ਇਸ ਰਿਪੋर्ट ਨੂੰ ਅੱਧੀ ਅਧੂਰੀ ਮੰਨਾਂਗੇ। ਵੈਸੇ ਮੈਂ ਤੁਹਾਨੂੰ ਇਹ ਵੀ ਦੱਸਦਾ, ਜਿਹੜਾ ਵਿਅਕਤੀ ਇੱਕ ਸਿਪਾਹੀ ਭਰਤੀ ਹੋਇਆ ਹੋਵੇ, ਬਾਅਦ ਦੇ ਵਿੱਚ CIA ਦਾ ਜਾ ਕੇ ਇੰਸਪੈਕਟਰ ਇੰਚਾਰਜ ਲੱਗ ਜੇ, ਇਹ ਛੋਟੀ ਗੱਲ ਨਹੀਂ ਹੈ। ਵੈਸੇ ORP ਰੈਂਕ ਸੀ, ਔਨ ਰੈਂਕ ਪੇ। ਇਸ ਅਹੁਦੇ ਤੇ ਵੀ ਕਿਸ ਨੇ ਉਹਨੂੰ ਲਾਇਆ, ਕਿਹਨੇ ਉਹਨੂੰ ਇਸ ਤੇ ਸਿਫਾਰਿਸ਼ ਕੀਤੀ? ਸਿਫਾਰਿਸ਼ਾਂ ਤਾਂ ਚਲੋ ਮੰਨ ਲਈਆਂ, ਬਾਕੀ ਵੀ ਥਾਂ ਤੇ ਹੋ ਰਿਹਾ। ਜਲੰਧਰ ਰੂਰਲ ਦੇ ਵਿੱਚ ਜਦੋਂ ਇੰਦਰਜੀਤ ਸਿੰਘ ਸੀ, ਉਦੋਂ 3-3 ਪਰਚੇ ਵੀ ਹੋਏ ਆ, ਇਹ ਵੀ ਆਪਾਂ ਨੂੰ ਪਤਾ। ਉਹ ਪਰਚੇ ਵੀ ਕਿਸ ਨੇ ਖਾਰਜ ਕਰ ਦਿੱਤੇ। ਕਹਿਣ ਦਾ ਭਾਵ ਇਹ ਆ ਕਿ ਜਿਹੜੇ ਉਹ ਮਿਡਲਮੈਨ ਸੀ ਜਾਂ ਜਿਹੜੇ ਉਹ ਪੁਲਿਸ ਆਫੀਸਰ ਸੀ, ਜਿਹੜੇ ਚਾਹੁੰਦੇ ਸੀ ਕਿ ਇੰਦਰਜੀਤ ਸਿੰਘ ਚੰਗੀਆਂ ਥਾਵਾਂ ਤੇ ਲੱਗਾ ਰਵੇ ਤੇ ਸਾਡੇ ਨਾਲ ਉਹਦਾ ਸੰਪਰਕ ਬਣਿਆ ਰਵੇ, ਇਸ ਸਾਰੇ ਮੁੱਦੇ ਦੀ ਉਹਨਾਂ ਨੇ ਰਿਪੋਰਟ ਮੰਗ ਲਈ ਹੈ। ਮੈਨੂੰ ਲੱਗਦਾ ਭਗਵੰਤ ਮਾਨ ਖੁਸ਼ ਨਹੀਂ ਹੋਏ ਕਿ ਜਿਸ ਤਰ੍ਹਾਂ ਦੀ ਰਿਪੋਰਟ ਦੀ ਉਹ ਤਵੱਕੋ ਕਰ ਰਹੇ ਸੀ, ਇਸੇ ਕਰਕੇ ਹੁਣ ਕਈ ਹੋਰ ਪੁਲਿਸ ਆਫੀਸਰਸ ਦੇ ਗਾਜ ਡਿੱਗ ਸਕਦੀ। ਵਰੁਣ ਰੂਜਮ ਪੰਜਾਬ ਦੇ ਐਕਸਾਈਜ਼ ਕਮਿਸ਼ਨਰ, ਇਹਨਾਂ ਨੇ ਆਪਣੀ ਸੈਂਟਰਲ ਡੈਪੂਟੇਸ਼ਨ ਮੰਗ ਲਈ ਸੀ। ਕਹਿੰਦੇ ਮੈਂ ਪੰਜਾਬ 'ਚ ਨਹੀਂ ਹੁਣ ਨੌਕਰੀ ਕਰਨੀ। ਹਾਲਾਂਕਿ ਪੰਜਾਬ ਕੈਡਰ ਦੇ ਸਨ 2004 ਦੇ ਅਫਸਰ ਨੇ, ਅੰਮ੍ਰਿਤਸਰ ਦੇ ਪਿੱਛੋਂ ਆਉਂਦੇ ਨੇ, ਉੱਥੋਂ ਦੇ ਰਹਿਣ ਵਾਲੇ ਨੇ, ਪਰ ਇਹਨਾਂ ਨੇ ਕਿਹਾ ਕਿ ਮੈਨੂੰ ਭੇਜ ਦਿਓ। ਇਸ ਕਰਕੇ ਕਿਹਾ ਸੀ ਕਿ ਤੁਹਾਨੂੰ ਯਾਦ ਹੋਣਾ, ਮੈਂ ਤੁਹਾਡੇ ਨਾਲ ਕੱਲ੍ਹ ਵੀ ਗੱਲ ਕੀਤੀ ਸੀ ਕਿ 6 ਸਤੰਬਰ ਸਨ 2022 ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇਹਨਾਂ ਦੇ ਘਰ ਰੇਡ ਮਾਰੀ ਸੀ। ਇਸ ਤੋਂ ਇਲਾਵਾ ਨਰੇਸ਼ ਦੁਬੇ, ਉਸ ਵਕਤ ਉਹ ਜੁਆਇੰਟ ਕਮਿਸ਼ਨਰ ਸੀ, ਹੁਣ ਉਹ ਐਡੀਸ਼ਨਲ ਕਮਿਸ਼ਨਰ ਬਣ ਗਏ ਆ। ਇਹਨਾਂ ਦੋਨਾਂ ਦੇ ਘਰੇ ਐਕਸਾਈਜ਼ ਪਾਲਿਸੀ ਨੂੰ ਲੈ ਕੇ, ਕਿਉਂਕਿ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਉੱਤੇ ਵੀ CBI ਤੇ ED ਚੜੀ ਹੋਈ ਸੀ, ਇਸੇ ਸਿਲਸਿਲੇ ਦੇ ਵਿੱਚ ਇੱਥੇ ਵੀ ਰੇਡਸ ਹੋਈਆਂ ਸੀ। ਉਸ ਤੋਂ ਬਾਅਦ ਵਰੁਣ ਰੂਜਮ ਨੂੰ ਲੱਗਾ ਕਿ ਮੈਨੂੰ ਤਾਂ ਇੱਥੋਂ ਭੇਜ ਦਿਓ। ਇਹ ਠੀਕ ਹੈ, ਉਹਨਾਂ ਦਾ ਹੱਕ ਬਣਦਾ। ਉਹਨਾਂ ਦੀ ਵੈਸੇ ਸੈਂਟਰਲ ਡੈਪੂਟੇਸ਼ਨ ਕਲੀਅਰ ਹੋ ਗਈ ਹੈ, ਕਿਸੇ ਵੀ ਵਕਤ ਉਹ ਜਾ ਕੇ ਉਹ ਸੈਂਟਰ ਦੇ ਵਿੱਚ, ਕੇਂਦਰ ਦੇ ਵਿੱਚ ਬਤੌਰ ਜੁਆਇੰਟ ਕਮਿਸ਼ਨਰ ਕਿਸੇ ਵੀ ਅਹੁਦੇ ਤੇ ਉਹ ਜੁਆਇਨ ਕਰ ਸਕਦੇ ਆ ਜੋ ਅਵੇਲੇਬਲ ਹੋਏਗਾ। ਪਰ ਜਾਣ ਤੋਂ ਪਹਿਲਾਂ ਉਹਨਾਂ ਲਈ ਐਡਾ ਵੱਡਾ ਵਿਵਾਦ ਪੈਦਾ ਹੋ ਗਿਆ, ਔਰ ਵਿਵਾਦ ਉਹਨਾਂ ਇਕੱਲਿਆਂ ਦਾ ਨਹੀਂ, ਪਰਿਵਾਰ ਦਾ ਹੀ ਹੋ ਗਿਆ। ਹੁਣ ਤੁਸੀਂ ਦੇਖੋ, ਜਦੋਂ ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਕਿ 314 ਨੰਬਰ ਸੈਕਟਰ 20 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਿਹਦਾ ਨੰਬਰ ਆ? ਸੁਮਨਪ੍ਰੀਤ ਕੌਰ ਕੌਣ ਆ ਜੇ FIR ਦੇ ਵਿੱਚ ਉਹ ਨਾ ਆਇਆ? ਇਸ ਉੱਤੇ ਹਜੇ ਨਾ ਤਾਂ ਵਿਜੀਲੈਂਸ ਬਿਊਰੋ ਦੀ ਕਿਸੇ ਤਰ੍ਹਾਂ ਦੀ ਕੋਈ ਸਫਾਈ ਆਈ ਹੈ ਤੇ ਨਾ ਹੀ ਵਰੁਣ ਰੂਜਮ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਫਾਈ ਆਈ ਆ। ਕੀ ਇਹ ਨਾਮ ਜਾਣਬੁੱਝ ਕੇ ਇਸ ਤਰ੍ਹਾਂ ਕੀਤਾ ਗਿਆ? ਇਹ ਤਾਂ ਖੈਰ ਸਮਾਂ ਦੱਸੂ ਜਿਸ ਨੇ ਇਹ FIR ਦਰਜ ਕੀਤੀ ਆ। ਪਰ ਤੁਸੀਂ ਇੱਕ ਚੀਜ਼ ਹੋਰ ਦੇਖੋ, ਵਰੁਣ ਰੂਜਮ ਨੇ ਸਨ 2038 ਦੇ ਵਿੱਚ 2038 ਉੱਥੋਂ ਉਦੋਂ ਰਿਟਾਇਰ ਹੋਣਾ, ਯਾਨੀ ਕਿ ਹਜੇ ਵੀ ਇਹਨਾਂ ਦੀ 15 ਸਾਲ ਦੀ ਸਰਵਿਸ ਪਈ ਆ। ਇਹਨਾਂ ਦੇ ਹੋਰ ਇੱਕ ਕੁਲੀਗ ਨੇ, ਉਹ ਵੀ IAS ਆਫੀਸਰ ਨੇ, ਰਾਜੇਸ਼ ਧੀਮਾਨ, ਜਿਹੜੇ ਇਸ ਟਾਈਮ ਡਿਪਟੀ ਕਮਿਸ਼ਨਰ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ। ਉਹਨਾਂ ਦੀ ਪਤਨੀ ਜੈਸਮੀਨ ਕੌਰ ਦਾ ਨਾਂ ਵੀ ਆ ਰਿਹਾ, ਉਹ ਤਾਂ FIR ਦੇ ਵਿੱਚ ਹੀ ਨਾਂ। ਸੋ ਇਹ ਚੀਜ਼ ਦੇਖੋ ਕਿ ਉਹਨਾਂ ਦੀ ਵੀ ਹਜੇ 7 ਸਾਲ ਦੀ ਸਰਵਿਸ ਪਈ ਆ। ਸਨ 2030 ਦੇ ਵਿੱਚ ਉਹਨਾਂ ਨੇ ਰਿਟਾਇਰ ਹੋਣਾ, ਪਰ ਰਾਜੇਸ਼ ਧੀਮਾਨ PCS ਆਫੀਸਰ ਸੀ, ਸਨ 2001 ਦੇ ਵਿੱਚ ਆਉਂਦੇ ਆ। ਸਨ 2015 ਦੇ ਵਿੱਚ ਉਹ ਪ੍ਰਮੋਟ ਹੁੰਦੇ ਨੇ ਬਤੌਰ IAS, ਤੇ ਉਹਨਾਂ ਦੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਨ 2030 ਦੇ ਵਿੱਚ ਉਹਨਾਂ ਦੀ ਰਿਟਾਇਰਮੈਂਟ ਆ। ਹੁਣ ਫਰਕ ਕੀ ਆ? ਜਿੰਨੀ ਗੱਲ ਇਸ ਟਾਈਮ ਮੀਡੀਆ ਕਰ ਰਿਹਾ, ਕੇਵਲ ਤੇ ਕੇਵਲ ਰਾਜੇਸ਼ ਧੀਮਾਨ ਦੀ ਕਰ ਰਿਹਾ ਜਾਂ ਉਹਨਾਂ ਦੀ ਵਾਈਫ ਜੈਸਮੀਨ ਕੌਰ ਦੀ ਕਰ ਰਿਹਾ। ਵਰੁਣ ਰੂਜਮ ਦਾ ਨਾਮ ਕਿਉਂ ਨਹੀਂ ਆ ਰਿਹਾ? ਕੀ ਕਿਸੇ ਨੇ ਇਹ ਜਾ ਕੇ ਪੁੱਛਿਆ ਕਿ ਉਹਨਾਂ ਦਾ ਇਸ ਟਾਈਮ ਜਿਹੜਾ ਘਰ ਆ, ਜਿਹੜਾ ਨੰਬਰ ਉਹਦੇ ਤੇ ਲਿਖਿਆ ਗਿਆ, ਕਿ ਵਾਕਿਆ ਉਹਨਾਂ ਦਾ ਘਰ ਆ? ਇਸ ਬਾਰੇ ਹਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਕਲੈਰੀਫਿਕੇਸ਼ਨ ਨਾ ਦੇਣਾ, ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ। ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਇਸ ਪਿੱਛੇ ਜਦੋਂ PCS ਦੇ ਪ੍ਰਮੋਟੀ ਹੁੰਦੇ ਆ, ਜਿਹੜੇ ਪ੍ਰਮੋਟ ਹੋ ਕੇ IAS ਆਫੀਸਰਸ ਬਣਦੇ ਆ, ਉਦੋਂ ਵੀ IAS ਆਫੀਸਰ ਦਾ ਵੀ ਐਟੀਟਿਊਡ ਜਾਂ IPS ਆਫੀਸਰਸ ਦਾ ਜਿਹੜੇ ਡਾਇਰੈਕਟ ਆਉਂਦੇ ਆ, ਉਹਨਾਂ ਦੇ ਐਟੀਟਿਊਡ ਦਾ ਵੀ ਫਰਕ ਹੁੰਦਾ। ਪਿਛਲੇ ਦਿਨਾਂ ਦੇ ਵਿੱਚ ਸੰਜੇ ਪੋਪਲੀ ਨੂੰ ਵੀ ਫੜਿਆ ਗਿਆ ਸੀ, ਕੋਈ ਹੰਗਾਮਾ ਨਹੀਂ ਸੀ ਹੋਇਆ। ਪਰ ਜਿਸ ਤਰ੍ਹਾਂ ਹੀ ਨੀਲਿਮਾ ਦਾ ਨਾਂ ਆਇਆ 5 ਜਨਵਰੀ ਸਨ 2023, ਮੈਂ ਇਸੇ ਸਾਲ ਦੀ ਗੱਲ ਕਰ ਰਹੀ, ਹੰਗਾਮਾ ਹੋ ਗਿਆ। ਸਾਰੇ IAS ਆਫੀਸਰਸ ਇਕੱਠੇ ਹੋ ਗਏ, ਕਹਿੰਦੇ ਇਹਨਾਂ ਤੇ ਤਾਂ ਹੋਣਾ ਨਹੀਂ ਚਾਹੀਦਾ, ਕੇਸ ਹੀ ਨਹੀਂ ਹੋਣਾ ਚਾਹੀਦਾ। ਤੁਸੀਂ 17A ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਅਧੀਨ ਤੁਸੀਂ ਪ੍ਰਵਾਨਗੀ ਨਹੀਂ ਲਈ, ਜਦਕਿ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਸੀ। ਅਗਲੇ ਦਿਨ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਚੀਫ ਸੈਕਟਰੀ VK ਜੰਜੂਆ ਨੂੰ ਲਿਖ ਕੇ ਦਿੱਤਾ ਸੀ, 4 ਸੁਪਰੀਮ ਕੋਰਟ ਦੀਆਂ ਜਜਮੈਂਟਸ ਨਾਲ ਲਾਈਆਂ ਸੀ ਕਿ 17A ਦੀ ਕਿਸੇ ਤਰ੍ਹਾਂ ਦੀ ਪ੍ਰਵਾਨਗੀ ਦੀ ਲੋੜ ਨਹੀਂ ਆ, ਇਹ ਸਿੱਧਾ ਤੇ ਸਿੱਧਾ ਕਰਪਸ਼ਨ ਦਾ ਕੇਸ ਆ। ਸੁਪਰੀਮ ਕੋਰਟ ਨੇ ਬਾਰ-ਬਾਰ ਕਿਹਾ ਜੇ ਤੁਹਾਨੂੰ ਕਰਪਸ਼ਨ ਪਤਾ ਲੱਗਦੀ ਆ ਸਿੱਧੀ ਕਾਰਵਾਈ ਕਰੋ, ਕਿਸੇ ਤਰ੍ਹਾਂ ਦੀ ਤੁਹਾਨੂੰ 17A ਦੀ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਆ। ਪਰ ਫਿਰ ਵੀ IAS ਆਫੀਸਰ ਇਸ ਚੀਜ਼ ਨੂੰ ਮੁੱਦਾ ਬਣਾ ਲੈਂਦੇ ਆ।
ਅੱਗੇ ਚੱਲਦੇ ਹਾਂ। ਦੇਖੋ, ਵਰੁਣ ਰੁਜਮ ਦੀ ਪਤਨੀ ਇੱਕ BDS ਡਾਕਟਰ ਆ, ਡੈਂਟਿਸਟ ਆ, ਉਹ ਆਪਣੀ ਪ੍ਰਾਈਵੇਟ ਪ੍ਰੈਕਟਿਸ ਕਰਦੀ ਆ, ਸਿਮਰਪ੍ਰੀਤ ਕੌਰ। ਇਹ ਗੱਲ ਜਰਾ ਸੋਚ ਕੇ ਦੇਖੋ ਕਿ ਘਰੇ ਬੈਠੇ ਉਹਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ ਵਰੁਣ ਰੁਜਮ ਦੀ ਪਤਨੀ ਨੂੰ ਕਿ ਗਮਾਡਾ ਕੋਈ ਜ਼ਮੀਨ ਅਕਵਾਇਰ ਕਰ ਰਹੀ ਹੈ। ਔਰ ਉਹਨਾਂ ਦਿਨਾਂ ਦੇ ਵਿੱਚ ਜਦੋਂ ਜ਼ਮੀਨ ਅਕਵਾਇਰ ਹੋਣੀ ਸੀ, ਸਨ 2016 ਤੋਂ ਲੈ ਕੇ ਸਨ 2018 ਤੱਕ ਚੀਫ ਐਡਮਿਨਿਸਟ੍ਰੇਟਰ ਗਮਾਡਾ ਦੇ ਵਰੁਣ ਰੁਜਮ ਸੀ। ਤੇ ਕੀ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਕੋਈ ਲਿੰਕ ਨਹੀਂ ਐਸਟੈਬਲਿਸ਼ ਹੁੰਦਾ? ਇਸੇ ਤਰ੍ਹਾਂ ਜੇ ਰਾਜੇਸ਼ ਧੀਮਾਨ ਦੀ ਪਤਨੀ ਤੁਸੀਂ ਦੇਖ ਲਓ, ਜੈਸਮੀਨ ਕੌਰ, ਉਹ ਪਟਿਆਲੇ ਰਹਿੰਦੇ ਆ, ਉਹ ਤਾਂ ਵੈਸੇ ਵੀ ਹਾਊਸ ਵਾਈਫ ਆ, ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ? ਸੋ ਇਹਦੇ ਵਿੱਚ ਇਹਨਾਂ ਦੋਨਾਂ ਅਫਸਰਾਂ ਦੀ ਸ਼ਮੂਲੀਅਤ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ। ਹੁਣ ਤੁਹਾਨੂੰ ਮੈਂ ਦੱਸਦਾ ਕਿ ਜਿਹੜਾ ਗਮਾਡਾ ਦਾ ਆਪਣਾ ਰੈਕਡ ਆ, ਉਹਦੇ ਵਿੱਚ ਜੇ ਤੁਸੀਂ ਖਾਨਾ ਨੰਬਰ 247 ਦੇ ਵਿੱਚ ਦੇਖੋ, ਜਿਹਦੇ ਵਿੱਚ ਇਹ ਲਿਖਿਆ ਗਿਆ ਕਿਹਨੂੰ ਕਿੰਨੀ ਕੰਪਨਸੇਸ਼ਨ ਦਿੱਤੀ ਆ, ਉਹਦੇ ਵਿੱਚ ਕਲੀਅਰ ਲਿਖਿਆ ਵਰੁਣ ਰੁਜਮ ਸਨ ਆਫ LR ਰੁਜਮ 76/304, ਸਿਮਰਪ੍ਰੀਤ ਕੌਰ, ਇਹ ਵੀ ਲਿਖਿਆ। ਔਰ ਇਹਦੇ ਵਿੱਚ ਲਿਖਿਆ 5 ਸਾਲਾਂ ਦੀ ਕੰਪਨਸੇਸ਼ਨ, ਉਹ 'ਚ ਲਿਖਿਆ 56,80,659 ਤੇ 60 ਰੁਪਏ। ਔਰ ਇਹ ਇਕੱਲਾ ਇੱਕ ਕਾਲਮ ਨਹੀਂ ਹੈ। ਅੱਜ ਵੈਸੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਪੰਜਾਬ ਵਿਜੀਲੈਂਸ ਬਿਊਰੋ ਨੇ ਰਿਕਾਰਡ ਤਲਬ ਕਰ ਲਿਆ, ਤਲਬ ਕੀਤਾ ਗਮਾਡਾ ਤੋਂ। ਔਰ ਹੋ ਸਕਦਾ ਜਦੋਂ ਤੱਕ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਉਹ ਰੈਕਡ ਪਹੁੰਚ ਵੀ ਚੁੱਕਾ ਹੋਵੇ। ਉਹਦੇ ਵਿੱਚ ਇੱਕ ਹੋਰ ਕਾਲਮ ਆਉਂਦਾ, ਉਹ 'ਚ ਆਉਂਦਾ 1054 ਨੰਬਰ। ਉਸ ਖਾਨੇ ਦੇ ਵਿੱਚ ਵਰੁਣ ਰੁਜਮ ਦਾ ਫੇਰ ਨਾਮ ਆ, ਪੁੱਤਰ LR ਰੁਜਮ। ਕੰਪਨਸੇਸ਼ਨ ਕਿੰਨੀ ਲਈ? 33,66,997 ਰੁਪਏ ਤੇ 98 ਪੈਸੇ। ਤੇ ਅੱਗੇ ਫੇਰ ਇੱਕ ਕਾਲਮ ਆਉਂਦਾ 1056। 1056 ਦੇ ਵਿੱਚ ਸਿਮਰਪ੍ਰੀਤ ਕੌਰ ਦਾ ਨਾਮ ਆਉਂਦਾ, ਪਤਨੀ ਵਰੁਣ ਰੁਜਮ। ਇਹਦੇ ਵਿੱਚ ਵੀ ਇੰਨੀ ਹੀ ਕੰਪਨਸੇਸ਼ਨ ਲਿੱਤੀ ਗਈ, 33,66,000 ਤੇ 997। ਜੇ ਦੋਨਾਂ ਨੂੰ ਮਿਲਾ ਦਿਓ ਤੇ 67 ਲੱਖ ਦੀ ਕੰਪਨਸੇਸ਼ਨ ਲਈ ਗਈ। ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਦਾ ਕਿੰਨਾ ਕਿੰਨਾ ਰਕਬਾ ਸੀ, ਇਹ ਵੀ ਇਸ ਰੈਕਡ ਦੇ ਵਿੱਚ ਆਉਂਦਾ। ਸਿਮਰਪ੍ਰੀਤ ਕੌਰ ਦੇ ਨਾਂ ਤੇ ਕਹਿੰਦੇ ਆ ਕਿ 7 ਕਨਾਲ ਤੇ 12 ਮਰਲੇ, ਇਹ ਗਮਾਡਾ ਦਾ ਰੈਕਡ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ। ਔਰ ਇਸੇ ਤਰ੍ਹਾਂ ਜੈਸਮੀਨ ਕੌਰ ਦੇ 5 ਕਨਾਲ ਦੀ ਮਾਲਕੀ ਦਿਖਾਈ ਗਈ ਆ। ਬਾਗ ਇਹਨਾਂ ਨੇ ਲਾਏ ਸੀ ਅਮਰੂਦਾਂ ਦੇ, ਆਪਾਂ ਨੂੰ ਸਾਰਿਆਂ ਨੂੰ ਪਤਾ, ਯਾਦ ਕਰ ਲਓ। ਇਸ ਤੋਂ ਬਾਅਦ ਜਿਹੜਾ ਮੁਆਵਜ਼ਾ ਲਿਆ ਗਿਆ ਜੈਸਮੀਨ ਕੌਰ ਵੱਲੋਂ, ਉਹ 13 ਕਨਾਲਾਂ ਦਾ ਲਿਆ ਗਿਆ, ਨਾ ਕਿ 5 ਕਨਾਲਾਂ ਦਾ। ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਮੁਆਵਜ਼ਾ ਤਾਂ ਜਿਹੜਾ ਲਿਆ ਗਿਆ ਗਲਤ ਲਿਆ ਗਿਆ, ਠੀਕ ਲਿਆ ਗਿਆ, ਇਹ ਤਾਂ ਵਿਜੀਲੈਂਸ ਬਿਊਰੋ ਜਾਂਚ ਕਰੇਗੀ। ਇੱਥੇ ਜਦੋਂ ਕੋਈ ਸੈਕਸ਼ਨ 11 ਦੇ ਅਧੀਨ ਜਦੋਂ ਜ਼ਮੀਨ ਅਕਵਾਇਰ ਕਰਨੀ ਹੁੰਦੀ ਆ, ਸੈਕਸ਼ਨ 11 ਦਾ ਸਬਸੈਕਸ਼ਨ 4, ਜਦੋਂ ਉਹਦੇ ਅਧੀਨ ਇੱਕ ਨੋਟੀਫਿਕੇਸ਼ਨ ਹੋ ਜਾਂਦੀ ਹੈ, ਤੁਸੀਂ ਉਸ ਜ਼ਮੀਨ ਨੂੰ ਕਿਤੇ ਵੇਚ ਨਹੀਂ ਸਕਦੇ, ਟਰਾਂਸਫਰ ਨਹੀਂ ਕਰ ਸਕਦੇ, ਉਹਦਾ ਕੱਖ ਨਹੀਂ ਕਰ ਸਕਦੇ, ਜਿੰਨੀ ਦੇਰ ਤੱਕ ਤੁਹਾਨੂੰ ਕਲੈਕਟਰ ਉਸ ਦੀ ਪਰਮਿਸ਼ਨ ਨਾ ਦੇਵੇ। ਔਰ ਤੁਸੀਂ ਦੇਖੋ ਇਹਦੇ ਵਿੱਚ, ਇਸ ਕੇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰਮਿਸ਼ਨ ਨਹੀਂ ਦਿੱਤੀ ਗਈ। ਕਹਿਣ ਦਾ ਭਾਵ ਇਹ ਆ ਕਿ ਇਹਨਾਂ ਨੂੰ ਤਾਂ, ਬਲਕਿ ਮੈਨੂੰ ਇਹ ਲੱਗਦਾ ਕਿ ਜਿਹੜੇ ਮੁੱਖ ਦੋਸ਼ੀ ਨੇ, ਜੇ ਵਿਜੀਲੈਂਸ ਬਿਊਰੋ ਨੇ ਕਾਰਵਾਈ ਕਰਨੀ ਹੈ, ਉਹ ਪਤਨੀਆਂ ਤੇ ਕਾਰਵਾਈ ਨਾ ਕਰੇ। ਪਤਨੀਆਂ ਤੇ ਕਾਰਵਾਈ ਕਰਕੇ ਤੁਸੀਂ ਆਪਣੇ ਆਪ ਨੂੰ ਜਾਂ ਤਾਂ ਮਿਸਲੀਡ ਤੁਹਾਨੂੰ ਕੋਈ ਕਰ ਰਿਹਾ ਜਾਂ ਤੁਸੀਂ ਖੁਦ ਹੋ ਰਹੇ ਹੋ। ਪਹਿਲੀ ਗੱਲ ਤਾਂ ਇਹਨਾਂ ਅਫਸਰਾਂ ਦੀ ਬਣਦੀ ਹੈ, ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਜੇ ਮਾਮਲਾ ਦਰਜ ਹੋਣਾ ਚਾਹੀਦਾ ਤੇ ਵਰੁਣ ਰੁਜਮ ਤੇ ਹੋਣਾ ਚਾਹੀਦਾ ਜਾਂ ਰਾਜੇਸ਼ ਧੀਮਾਨ ਤੇ ਹੋਣਾ ਚਾਹੀਦਾ, ਨਾ ਕਿ ਉਹਨਾਂ ਦੀਆਂ ਪਤਨੀਆਂ ਤੇ ਹੋਣਾ ਚਾਹੀਦਾ। ਔਰ ਵੈਸੇ ਵੀ ਜੇ ਤੁਹਾਨੂੰ ਲੱਗਦਾ ਕਿ 15 ਸਾਲ ਦੀ ਸਰਵਿਸ ਹਜੇ ਵਰੁਣ ਰੁਜਮ ਦੀ ਪਈ ਆ ਜਾਂ 7 ਸਾਲ ਦੀ ਸਰਵਿਸ ਹਜੇ ਰਾਜੇਸ਼ ਧੀਮਾਨ ਦੀ ਪਈ ਆ, ਔਰ ਜੇ ਸਟੇਟ ਨੂੰ ਲੱਗਦਾ ਕਿ ਇਹਨਾਂ ਨੇ ਵਾਕਿਆ ਨੁਕਸਾਨ ਕੀਤਾ, ਹਜੇ ਤਾਂ ਅੱਗੇ ਹੋਰ ਵਧਣੀ ਹੈ ਤਫਤੀਸ਼, ਤੇ ਫਿਰ ਇਹਨਾਂ ਦੀ ਲੋੜ ਵੀ ਕੀ ਆ? ਤੁਸੀਂ ਇਹਨਾਂ ਨੂੰ ਕੰਪਲਸਰੀ ਰਿਟਾਇਰ ਵੀ ਕਰ ਸਕਦੇ ਹੋ। ਘੱਟੋ ਘੱਟ ਕੋਈ ਐਗਜ਼ਾਮਪਲ ਤਾਂ ਸੈੱਟ ਕਰੋ। ਜਦੋਂ ਵੀ IAS ਅਫਸਰਾਂ ਦਾ ਨਾਂ ਆਉਂਦਾ, ਇਸ ਤਰ੍ਹਾਂ ਲੱਗਦਾ ਕਿ ਜਿਹੜੀ ਸਰਕਾਰ ਹੁੰਦੀ ਹੈ ਜਾਂ ਜਿਹੜੇ ਅਫਸਰ ਹੁੰਦੇ ਆ, ਈਵਨ ਕਿ ਵਿਜੀਲੈਂਸ ਬਿਊਰੋ, ਇੱਕੋ ਦਮ ਢਿੱਲਾ ਪੈ ਜਾਂਦਾ, ਨਰਮ ਪੈ ਜਾਂਦਾ, ਇੱਦਾਂ ਲੱਗਦਾ ਕਿ ਕਾਰਵਾਈ ਕਰਨਾ ਹੀ ਨਹੀਂ ਚਾਹੁੰਦਾ। ਪਰ ਛੋਟੇ ਅਧਿਕਾਰੀ, ਕੋਈ ਇੰਸਪੈਕਟਰ ਲੈਵਲ ਦਾ ਅਧਿਕਾਰੀ ਹੋਵੇ, ਪਟਵਾਰੀ ਲੈਵਲ ਦਾ ਅਧਿਕਾਰੀ ਹੋਵੇ, ASI ਹੋਵੇ, ਸਬ ਇੰਸਪੈਕਟਰ ਹੋਵੇ, ਇਹਨਾਂ ਤੇ ਕਾਰਵਾਈ ਬਹੁਤ ਤੇਜ਼ੀ ਨਾਲ ਹੁੰਦੀ ਹੈ। ਔਰ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਇਸ ਤੋਂ ਬਾਅਦ ਤਾਂ ਕੁਝ ਹੋਣਾ ਹੀ ਨਹੀਂ। ਪਰ ਜਿੰਨੀ ਦੇਰ ਤੱਕ ਤੁਸੀਂ ਵੱਡੀਆਂ ਮੱਛੀਆਂ ਨੂੰ ਹੱਥ ਨਹੀਂ ਪਾਓਗੇ, ਉਹਨਾਂ ਨੂੰ ਸਬਕ ਨਹੀਂ ਸਿਖਾਓਗੇ, ਪੰਜਾਬ ਦੇ ਵਿੱਚ ਉਦਾਹਰਨਾਂ ਸੈੱਟ ਨਹੀਂ ਹੋ ਸਕਦੀਆਂ। ਭਾਵਨਾ ਕਿਸ਼ੋਰ ਜਾਂ ਭਾਵਨਾ ਕੁਮਾਰੀ 31 ਸਾਲਾਂ ਦੀ ਉਹ ਪੱਤਰਕਾਰ, ਦਿੱਲੀ ਦੀ ਪੱਤਰਕਾਰ, ਟਾਈਮਜ਼ ਨਾਓ ਲਈ ਉਹ ਕੰਮ ਕਰਦੀ ਆ। 5 ਮਈ ਨੂੰ ਉਹਨੂੰ ਬੁਲਾਇਆ ਜਾਂਦਾ ਪੰਜਾਬ ਦੇ ਵਿੱਚ, ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੀਡੀਆ ਕੋਆਰਡੀਨੇਟਰ ਉਹ ਉਹਨਾਂ ਨੂੰ ਇਨਵਾਈਟ ਕਰਦਾ, ਕਹਿੰਦਾ ਕਿ ਤੁਸੀਂ ਆਓ, ਅਸੀਂ ਮੁਹੱਲਾ ਕਲੀਨਿਕਸ ਦੀ ਜਾਂ ਆਮ ਆਦਮੀ ਪਾਰਟੀ ਕਲੀਨਿਕਸ ਦੀ, ਆਮ ਆਦਮੀ ਕਲੀਨਿਕਸ ਕਵਾਂਗੇ,
ਉਹਨਾਂ ਦੀ ਅਸੀਂ ਇਨੋਗ੍ਰੇਸ਼ਨ ਕਰ ਰਹੇ ਹਾਂ, ਉਦਘਾਟਨ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਹਦੀ ਕਵਰੇਜ ਹੋਵੇ। ਉਹ ਆ ਜਾਂਦੀ ਆ, ਨਾਲ ਉਹਦੇ ਕੈਮਰਾਮੈਨ ਹੁੰਦਾ, ਨਾਲ ਡਰਾਈਵਰ ਹੁੰਦਾ। ਇਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ। ਆ ਕੇ ਇਹ ਵੀ ਇੱਥੋਂ ਤੱਕ ਕਿਹਾ ਗਿਆ ਕਿ ਜਿਹੜਾ ਉਹ ਫੰਕਸ਼ਨ ਰੱਖਿਆ ਗਿਆ ਸੀ ਜਿਸ ਤੇ ਉਦਘਾਟਨ ਹੋਣਾ ਸੀ ਲੁਧਿਆਣੇ, ਉਸ ਦੇ ਵਿੱਚ ਉਹਨੂੰ ਅੰਦਰ ਜਾਣ ਤੱਕ ਨਹੀਂ ਦਿੱਤਾ ਜਾਂਦਾ। ਇਹ ਬੜੀ ਹੈਰਾਨ ਕਰਨ ਵਾਲੀ ਗੱਲ ਆ। ਬਾਅਦ ਦੇ ਵਿੱਚ ਜਦੋਂ ਵਾਪਸ ਜਾ ਰਹੀ ਹੁੰਦੀ ਹੈ ਤੇ ਵਾਪਸ ਉਹਦਾ ਐਕਸੀਡੈਂਟ ਹੋ ਜਾਂਦਾ। ਐਕਸੀਡੈਂਟ ਇੱਕ ਔਰਤ ਦੇ ਨਾਲ ਹੋ ਜਾਂਦਾ ਤੇ ਇਹ ਕੇਸ ਬਣਦਾ ਕਿ ਇਸ ਨੇ ਭਾਵਨਾ ਕਿਸ਼ੋਰ ਨੇ ਜਾਂ ਉਹਦੇ ਕੈਮਰਾਮੈਨ ਨੇ ਤੇ ਡਰਾਈਵਰ ਨੇ ਜਾਤੀ ਸੂਚਕ ਸ਼ਬਦ ਕਹਤੇ ਆ। ਬਾਕੀ ਧਾਰਾਵਾਂ ਤਾਂ ਲੱਗਦੀਆਂ SC ST ਐਕਟ ਵੀ ਉੱਤੇ ਲਾ ਕੇ 3 ਨੰਬਰ ਡਿਵੀਜ਼ਨ ਦੇ ਵਿੱਚ ਅੰਦਰ ਕਰ ਦਿੱਤਾ ਜਾਂਦਾ। ਮੋਬਾਈਲ ਤੱਕ ਲੈ ਲਿੱਤਾ ਜਾਂਦਾ। ਇੱਥੋਂ ਤੱਕ ਵੀ ਹੋ ਜਾਂਦਾ ਕਿ ਉਸ ਦੇ ਘਰ ਵਾਲਿਆਂ ਨੂੰ ਉਹ ਸੂਚਨਾ ਦੇਣਾ ਚਾਹੁੰਦੀ ਹੁੰਦੀ ਹੈ ਪਰ ਉਹ ਵੀ ਨਹੀਂ ਉਹਨੂੰ ਕਰਨ ਦਿੱਤਾ ਜਾਂਦਾ। ਆਖਿਰਕਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਂਦਾ। ਉਸ ਤੋਂ ਬਾਅਦ ਉਹਦੀ ਅੰਤਰਿਮ ਜ਼ਮਾਨਤ ਹੁੰਦੀ ਹੈ, ਇੰਟੈਰਿਮ ਬੇਲ। ਤੇ ਉੱਥੇ ਜਸਟਿਸ AG ਮਸੀਹ ਉਹ ਪੁੱਛਦੇ ਨੇ, ਜਦੋਂ ਸਾਰੇ ਵਕੀਲ ਪੇਸ਼ ਹੁੰਦੇ ਨੇ, ਉਹ ਕਹਿੰਦੇ ਇਸ ਐਕਟ ਦਾ ਤਾਂ ਬਣਦਾ ਨਹੀਂ ਸੀ ਇਸ ਤੇ ਲੱਗਣਾ, ਇਹ ਐਕਟ ਤੁਸੀਂ ਕਿਸ ਤਰ੍ਹਾਂ ਲਾਤਾ। ਉਸ ਤੋਂ ਬਾਅਦ ਜਿਹੜੇ ਵਕੀਲ ਪੇਸ਼ ਹੋਏ ਹੁੰਦੇ ਆ ਭਾਵਨਾ ਕਿਸ਼ੋਰ ਵੱਲੋਂ, ਉਹ ਸਾਰਾ ਕੁਝ ਆਪਣਾ ਬਿਆਨ ਕਰਦੇ ਨੇ ਕਿ ਕਿਸ ਤਰ੍ਹਾਂ ਇਸ ਐਕਟ ਨੂੰ ਜਾਣ ਬੁੱਝ ਕੇ ਇਸ ਭਾਵਨਾ ਕਿਸ਼ੋਰ ਤੇ ਲਾਇਆ ਤਾਂ ਕਿ ਇਸ ਦੀ ਬੇਲ ਨਾ ਹੋ ਸਕੇ, ਜ਼ਮਾਨਤ ਨਾ ਹੋ ਸਕੇ। ਕਹਿੰਦੇ ਜੇ ਬਾਕੀ ਧਾਰਾਵਾਂ ਲੱਗ ਜਾਂਦੀਆਂ ਤਾਂ ਬੜੀਆਂ ਬੇਲੇਬਲ ਆਫੈਂਸਿਸ ਸੀ। ਜਾਣ ਬੁੱਝ ਕੇ ਇਹ ਕਿਉਂ ਜਾਣ ਬੁੱਝ ਕੇ ਲਾਇਆ ਗਿਆ, ਇਸ ਦਾ ਵੀ ਜਵਾਬ ਦਿਓ। ਔਰ ਬੜੇ ਸੀਨੀਅਰ ਵਕੀਲ ਪੇਸ਼ ਹੋਏ ਸੀ ਭਾਵਨਾ ਕਿਸ਼ੋਰ ਵੱਲੋਂ, ਟਾਈਮਜ਼ ਨਾਓ ਦੇ ਪੱਤਰਕਾਰ ਵੱਲੋਂ, RS ਰਾਏ, ਇਸੇ ਤਰ੍ਹਾਂ ਚੇਤਨ ਮਿੱਤਲ ਤੇ 9 ਹੋਰ ਵਕੀਲ ਸੀ। ਔਰ ਪੰਜਾਬ ਵੱਲੋਂ, ਪੰਜਾਬ ਸਟੇਟ ਵੱਲੋਂ ਅਪੀਅਰ ਹੋਏ ਸੀ ਪੰਜਾਬ ਦੇ AG ਐਡਵੋਕੇਟ ਜਨਰਲ ਵਿਨੋਦ ਕਈ, ਉਹਨਾਂ ਦੇ ਨਾਲ ਐਡੀਸ਼ਨਲ ਐਡਵੋਕੇਟ ਜਨਰਲਸ ਦੀ ਵੀ ਟੀਮ ਸੀ। ਉਹ ਲਗਾਤਾਰ ਭਾਵਨਾ ਕਿਸ਼ੋਰ ਦੀ ਬੇਲ ਦੀ ਜਾਂ ਜ਼ਮਾਨਤ ਦਾ ਵਿਰੋਧ ਕਰ ਰਹੇ ਸੀ। ਆਖਿਰਕਾਰ ਜਦੋਂ ਲੱਗਾ ਜਸਟਿਸ AG ਮਸੀਹ ਨੂੰ ਕਿ ਇਹਦੇ ਵਿੱਚ ਜ਼ਮਾਨਤ ਹੋ ਜਾਣੀ ਚਾਹੀਦੀ ਤੇ ਉਹਨਾਂ ਨੇ ਅੰਤਰਿਮ ਜ਼ਮਾਨਤ ਦੇਤੀ। ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ, ਇਹ ਗੱਲ ਤੁਸੀਂ ਯਾਦ ਕਰੋ, ਥੋੜਾ ਜਿਹਾ ਤੁਹਾਨੂੰ ਮੈਂ ਬੈਕਗਰਾਉਂਡ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਕਿ ਹੋ ਸਕਦਾ ਕਿਉਂਕਿ ਅੱਜ ਸੁਣਵਾਈ ਹੋ ਰਹੀ ਹੈ, ਰੈਗੂਲਰ ਬੇਲ ਤਾਂ ਸ਼ਾਇਦ ਮਿਲ ਜਾਵੇ, ਇਹ ਤਾਂ ਖੈਰ ਕੋਰਟ ਡਿਸਾਈਡ ਕਰੂਗਾ। ਪਰ ਨਾਲ ਦੀ ਨਾਲ ਤੁਸੀਂ ਤੇਜਿੰਦਰ ਸਿੰਘ ਬੱਗਾ ਭਾਰਤੀ ਜਨਤਾ ਪਾਰਟੀ ਦਾ ਉਹ ਲੀਡਰ, ਇਸੇ ਤਰ੍ਹਾਂ ਕੁਮਾਰ ਵਿਸ਼ਵਾਸ ਜੋ ਕਿਸੇ ਟਾਈਮ ਅਰਵਿੰਦ ਕੇਜਰੀਵਾਲ ਦਾ ਬੜਾ ਖਾਸ ਸੀ, ਇਕੱਠਿਆਂ ਨੇ ਪਾਰਟੀ ਬਣਾਈ ਸੀ, ਉਸ ਨੂੰ ਵੀ, ਤੇ ਅਲਕਾ ਲਾਂਬਾ ਜਿਹੜੀ ਆਮ ਆਦਮੀ ਪਾਰਟੀ ਦੀ MLA ਸੀ, ਇਹਨਾਂ ਉੱਤੇ ਵੀ ਕੇਸ ਕਰ ਦਿੱਤੇ ਸੀ। ਔਰ ਤੁਹਾਨੂੰ ਇਹ ਵੀ ਯਾਦ ਹੋਣਾ ਅਕਤੂਬਰ ਦੇ ਮਹੀਨੇ ਦੇ ਵਿੱਚ ਕੁਮਾਰ ਵਿਸ਼ਵਾਸ ਤੇ ਤੇਜਿੰਦਰ ਸਿੰਘ ਬੱਗਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਆਰਡਰ ਆਇਆ ਜਸਟਿਸ ਅਨੂਪ ਚਿਤਕਾਰਾ ਦਾ। ਉਹ ਕਹਿੰਦੇ ਇਹ ਤੁਸੀਂ ਮਾਮਲੇ ਗਲਤ ਦਰਜ ਕੀਤੇ ਆ, ਕੀ ਕਿਸੇ ਨੂੰ ਬੋਲਣ ਦਾ ਹੱਕ ਨਹੀਂ। ਅੱਛਾ, ਮਾਮਲੇ ਦਰਜ ਕਿਉਂ ਕੀਤੇ ਸੀ? ਕਿਉਂਕਿ ਕੁਮਾਰ ਵਿਸ਼ਵਾਸ ਨੇ ਜਾਂ ਤੇਜਿੰਦਰ ਸਿੰਘ ਬੱਗਾ ਨੇ ਟਿੱਪਣੀਆਂ ਕਰਤੀਆਂ ਸੀ। ਇਸੇ ਤਰ੍ਹਾਂ ਦੀਆਂ ਟਿੱਪਣੀਆਂ ਅਲਕਾ ਲਾਂਬਾ ਨੇ ਕੀਤੀਆਂ ਸੀ। ਔਰ ਮੈਨੂੰ ਯਾਦ ਆ 12 ਅਕਤੂਬਰ ਸਨ 2022 ਨੂੰ ਇਹ ਕਿਹਾ ਗਿਆ ਸੀ ਕਿ ਇਹਨਾਂ ਦੀਆਂ FIRs ਕੁਐਸ਼ ਕਰੋ, ਇੱਕੋ ਦਮ ਖਤਮ ਕਰੋ, ਇਹਨਾਂ ਨੂੰ ਕੈਂਸਲ ਕਰੋ। ਕਿ ਇਸ ਤਰ੍ਹਾਂ ਦਾ ਮੰਜ਼ਰ ਫਿਰ ਦੇਖਣਾ ਚਾਹੁੰਦੇ ਨੇ ਇਹ ਆਮ ਆਦਮੀ ਪਾਰਟੀ? ਬੜੀ ਹੈਰਾਨੀ ਹੁੰਦੀ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋ ਰਹੀਆਂ। ਮੈਂ ਕੱਲ ਵੀ ਗੱਲ ਕਹੀ ਸੀ ਇਹ, ਪਰ ਜਦੋਂ ਇਹ ਗੱਲਾਂ ਆਉਣੀਆਂ, ਔਰ ਵਕੀਲਾਂ ਨੇ ਇਹ ਗੱਲ ਵੀ ਕਹੀ ਆ ਕੋਰਟ ਦੇ ਵਿੱਚ ਭਾਵਨਾ ਕਿਸ਼ੋਰ ਦੇ ਕਿ ਇਹ ਜਾਣ ਬੁੱਝ ਕੇ ਇਸ ਕਰਕੇ ਕੀਤਾ ਗਿਆ ਕਿਉਂਕਿ ਇਸ ਨੇ ਆਪਰੇਸ਼ਨ ਸ਼ੀਸ਼ ਮਹਿਲ ਕੀਤਾ ਸੀ। ਆਪਰੇਸ਼ਨ ਸ਼ੀਸ਼ ਮਹਿਲ ਤੁਸੀਂ ਯਾਦ ਕਰੋ, ਸ਼ੀਸ਼ ਮਹਿਲ ਕਿਹਦਾ? ਅਰਵਿੰਦ ਕੇਜਰੀਵਾਲ ਬਾਰੇ, ਜੋ ਉਹਨੇ 45 ਕਰੋੜ ਰੁਪਇਆ ਆਪਣੇ ਆਫੀਸ਼ੀਅਲ ਰੈਜ਼ੀਡੈਂਸ ਤੇ ਲਾਤਾ। ਹੁਣ ਤੁਸੀਂ ਦੇਖੋ 45 ਕਰੋੜ ਦੀ ਤਾਂ ਗੱਲ ਭਾਰਤੀ ਜਨਤਾ ਪਾਰਟੀ ਕਰ ਰਹੀ ਸੀ ਜਾਂ ਪ੍ਰਤਾਪ ਸਿੰਘ ਬਾਜਵਾ ਕਰ ਰਹੇ ਸੀ, ਪਰ ਹੁਣ ਤਾਂ ਅਜੇ ਮਾਕਨ ਨੇ ਉਸ ਤੋਂ ਵੀ ਸੰਗੀਨ ਗੱਲ ਕਰਤੀ। ਉਹ ਤਾਂ ਕਹਿੰਦੇ 45 ਕਰੋੜ ਨਹੀਂ 171 ਕਰੋੜ ਰੁਪਇਆ ਲੱਗਿਆ। ਉਹਨਾਂ ਦੀ ਕੈਲਕੂਲੇਸ਼ਨ ਮੈਂ ਤੁਹਾਨੂੰ ਦੱਸ ਦਿੰਨਾ। ਇਹ ਜਿੱਥੇ ਇਹਨਾਂ ਦਾ ਘਰ ਆ 6 ਨੰਬਰ ਘਰ ਆ, 6 ਨੰਬਰ ਸਿਵਲ ਲਾਈਨਸ ਤੇ ਘਰ ਆ ਇਹਨਾਂ ਦਾ, ਔਰ ਉੱਥੇ ਆਸ-ਪਾਸ 4 ਰੈਜ਼ੀਡੈਂਸ਼ੀਅਲ ਕੰਪਲੈਕਸਿਸ ਸੀ, ਉੱਥੇ 22 ਫਲੈਟ ਸੀ। ਉਹਨਾਂ ਫਲੈਟਸ ਨੂੰ ਕੁਝ ਨੂੰ ਵਿਕੇਟ ਕਰਵਾਇਆ ਗਿਆ, ਕੁਝ ਨੂੰ ਡਿਮੋਲਿਸ਼ ਕੀਤਾ ਗਿਆ, ਨਵੀਂ ਜਗ੍ਹਾ ਲਈ ਗਈ ਕਾਮਨਵੈਲਥ ਗੇਮਸ ਦਾ ਵਿਲੇਜ ਆ ਉੱਥੇ ਜਾ ਕੇ। ਔਰ ਉੱਥੇ ਜਾ ਕੇ ਇਹ ਸਾਰਾ ਜਦੋਂ ਜਿਹੜਾ ਖਰਚਾ ਆਇਆ ਤਾਂ ਕਿ ਜਿਹੜੇ ਉੱਥੋਂ ਡਿਸਪਲੇਸ ਕੀਤੇ ਗਏ ਨੇ ਉੱਥੇ ਠਹਿਰਾਇਆ ਜਾ ਸਕੇ, ਇਹ ਸਾਰਾ ਕੁਝ ਅਜੇ ਮਾਕਨ ਨੇ ਦੱਸਿਆ, ਕਾਂਗਰਸ ਦੇ ਸੀਨੀਅਰ ਲੀਡਰ ਤੇ ਸਪੋਕਸਪਰਸਨ ਨੇ। ਉਹ ਕਹਿੰਦੇ ਇਸ ਤੇ 126 ਕਰੋੜ ਰੁਪਇਆ ਖਰਚ ਹੋ ਗਿਆ, ਤੇ 126 ਨੂੰ ਤੇ 45 ਨੂੰ ਜੋੜ ਲਓ, 126 ਕਰੋੜ ਤੇ 45 ਕਰੋੜ ਕਿੰਨੇ ਬਣੇ? 171 ਕਰੋੜ। ਇਸ ਤਰ੍ਹਾਂ ਉਹਨਾਂ ਨੇ ਕੈਲਕੂਲੇਸ਼ਨ ਕੀਤੀ ਕਿ ਇਕੱਲਾ 45 ਕਰੋੜ ਨਹੀਂ 171 ਕਰੋੜ ਰੁਪਇਆ ਲੱਗਾ।
ਇਹਨਾਂ ਮਾਮਲਿਆਂ ਨੂੰ ਹੁਣ ਤੁਸੀਂ ਦੱਸੋ ਅਜੇ ਮਾਕਨ ਦੇ ਵੀ ਕੇਸ ਦਰਜ ਕਰ ਦਿਓ। ਘੱਟੋ ਘੱਟ ਐਕਸਪਲੇਨ ਤਾਂ ਕਰੋ ਕਿ ਤੁਸੀਂ 45 ਕਰੋੜ ਰੁਪਇਆ ਲਾਇਆ ਕਾਸਤੇ ਆ, ਕਿਉਂ 1 ਕਰੋੜ ਰੁਪਏ ਦੇ ਪਰਦੇ ਖਰੀਦ ਲਏ, ਕਿਉਂ ਤੁਸੀਂ ਸਵਿਮਿੰਗ ਪੂਲ ਬਣਾ ਲਿਆ। ਔਰ ਇਹ ਕੌਣ ਇਲਜ਼ਾਮ ਲਾ ਰਹੇ ਨੇ? ਵਿਰੋਧੀ ਧਿਰ ਦੇ ਨੇਤਾ। ਤੁਸੀਂ ਇਹ ਤਾਂ ਕਹਿੰਦੇ ਨਹੀਂ, ਇਹ ਕਹਿ ਦਿੰਦੇ ਹੋ ਕਿ ਦੇਖੋ ਜੀ ਇਹ ਕਿਹੜਾ ਟੈਂਟਾਂ 'ਚ ਰਹਿੰਦੇ ਆ, ਇਹਨਾਂ ਨੇ ਵੀ ਤਾਂ ਪੈਸੇ ਲਾਏ ਆ। ਤੁਹਾਨੂੰ ਤਾਂ ਲੋਕਾਂ ਨੇ ਬਿਲਕੁਲ ਡਿਫਰੈਂਟ ਢੰਗ ਨਾਲ ਚੁਣਿਆ ਸੀ, ਤੁਹਾਡੇ ਤੋਂ ਬਦਲਾਅ ਦੀ ਉਮੀਦ ਸੀ, ਪਰ ਤੁਸੀਂ ਬਦਲਾਅ ਕਰਨ ਦੀ ਬਜਾਏ ਜਦੋਂ ਇਸ ਤਰ੍ਹਾਂ ਦੇ ਪਰਚੇ ਕਰਨ ਲੱਗ ਜਾਓਗੇ, ਮੀਡੀਆ ਨੂੰ ਡਰਾਉਣ ਲੱਗ ਜਾਓਗੇ, ਤੇ ਫਿਰ ਤੁਸੀਂ ਦੱਸੋ ਮੀਡੀਆ ਜਾਏਗਾ ਕਿੱਥੇ? ਆਪਣੇ ਆਪ 'ਚ ਤੁਹਾਨੂੰ ਝਾਤੀ ਮਾਰਨੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਦਾ ਤੁਹਾਡਾ ਕੰਮ ਹੋ ਰਿਹਾ, ਕੀ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਹੈ ਉੱਥੇ ਮੀਡੀਆ ਨਾਲ ਇਸ ਤਰ੍ਹਾਂ ਦਾ ਵਰਤਾਅ ਹੋਣਾ ਚਾਹੀਦਾ? ਬਲਕਿ ਜੇ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਵੀ ਸੀ, ਉਹਨੂੰ ਐਮੀਕੇਬਲੀ ਆਪਸ ਦੇ ਵਿੱਚ ਸੁਲਝਾਇਆ ਵੀ ਜਾ ਸਕਦਾ ਸੀ। ਪਰ ਇੱਥੇ ਤਾਂ ਇਹ ਲੱਗਦਾ ਸੀ ਕਿ ਸਾਰੀ ਸਟੇਟ ਹੀ, ਲੁਧਿਆਣਾ ਪੁਲਿਸ ਵੀ ਖੜੀ ਹੋ ਗਈ, ਤੁਹਾਡੇ ਐਡਵੋਕੇਟ ਜਨਰਲ ਵੀ ਜਾ ਕੇ ਉਹਦੀ ਬੇਲ ਦਾ, ਭਾਵਨਾ ਕਿਸ਼ੋਰ ਦਾ ਅਪੋਜ਼ ਕਰਨ ਲੱਗ ਗਏ। ਇਸ ਨਾਲ ਕੋਈ ਵਧੀਆ ਮੈਸੇਜ ਪੂਰੇ ਭਾਰਤ ਦੇ ਵਿੱਚ ਨਹੀਂ ਜਾ ਰਿਹਾ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।